ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗਿੱਲ ਸਾਹਿਬ ਵੈਲਕਮ, ਸਵਾਗਤ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਹੀ ਦਰਸ਼ਕਾਂ ਨੂੰ ਜੀ ਸ਼ੁਕਰੀਆ ਚਾਵਲਾ ਸਾਹਿਬ। ਸਤਿ ਸ੍ਰੀ ਅਕਾਲ ਅੰਜੂ ਜੀ, ਨਾਲੇ ਆਪਣੀ ਦੀ ਦੇਖੀਏ ਟੀਮ ਮਿਹਰਬਾਨੀ, ਥੈਂਕ ਯੂ ਜੀ। ਅੰਜੂ ਜੀ ਵੱਲੋਂ ਵੀ ਤੁਹਾਨੂੰ ਸਤਿ ਸ੍ਰੀ ਅਕਾਲ ਹੈ। ਅੱਛਾ ਗਿੱਲ ਸਾਹਿਬ, ਆਪਾਂ ਸ਼ੁਰੂਆਤ ਕੀਤੀ ਹੈ ਰੀਸੈਂਟਲੀ, ਤੁਸੀਂ ਅੱਜ ਦਾ ਦਿਨ ਲਿਖ ਕੇ ਭੇਜ ਦਿਓ। ਅਤੇ ਅੱਜ ਦਾ ਦਿਨ ਤਾਂ ਦੁਨੀਆ ਦੇ ਉੱਤੇ ਕਿਸੇ ਵੀ ਕੌਮ ਦੇ ਉੱਤੇ ਇਹੋ ਜਿਹਾ ਕਹਿਰ ਭਰਿਆ ਦਿਨ ਨਾ ਆਵੇ, ਪਰ ਅਸ਼ਕੇ ਜਾਈਏ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ ਸਿੱਖੀ ਦੇ ਬੂਟੇ ਨੂੰ ਲਾਇਆ। ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ, ਜਿਉਂ ਜਿਉਂ ਮਨੂੰ ਵੱਢਦਾ ਅਸੀਂ ਧੂਣ ਸੁਹਾਣੇ ਹੋਏ। ਖਾਧਾ ਪੀਤਾ ਲਾਹੇ ਦਾ ਬਾਕੀ ਅਹਿਮਦ ਸ਼ਾਹ ਦਾ, ਫਿਰ ਜਿਵੇਂ ਉਹਨੂੰ ਚਣੇ ਚਬਾਏ। ਅਤੇ ਉਹ ਵੀ ਇਸ ਕੌਮ ਨੇ ਜਿਸ ਤਰੀਕੇ ਦੀ ਕਹਾਣੀ ਗੁਰੂ ਨਾਨਕ ਮਹਾਰਾਜ ਤੋਂ ਲੈ ਕੇ, ਜੇ ਗੁਰੂ ਨਾਨਕ ਮਹਾਰਾਜ ਤੋਂ ਹੁਣ ਤੱਕ ਦਾ ਆਪਾਂ ਸਿੱਖ ਇਤਿਹਾਸ ਦੇ ਵਿੱਚ ਸ਼ਹਾਦਤਾਂ ਦਾ ਜ਼ਿਕਰ ਇਹ ਲਿਖਣ ਲੱਗ ਪਈ ਹੈ ਨਾ ਇੱਕ ਪੇਪਰ ਦੇ ਉੱਤੇ, ਅਤੇ ਪੇਪਰ ਖਤਮ ਹੋ ਜਾਣਗੇ। ਛੋਟਾ ਘੱਲੂਘਾਰਾ, ਵੱਡਾ ਘੱਲੂਘਾਰਾ, ਅਨੇਕਾਂ ਹੋਰ ਕੁਰਬਾਨੀਆਂ, ਦੇਸ਼ ਦੀ ਆਜ਼ਾਦੀ ਖਾਤਰ ਸਭ ਤੋਂ ਵੱਡੀ ਤਾਦਾਦ ਦੇ ਵਿੱਚ 88% ਕੁਰਬਾਨੀਆਂ। ਕਾਲੇ ਪਾਣੀ, ਆਪ ਉਦੋਂ ਆਪਾਂ ਕਾਮਾਗਾਟਾ ਮਾਰੂ ਜਹਾਜ਼ ਦੀ ਗੱਲ ਕੀਤੀ, ਦੇਸ਼ਾਂ ਵਿਦੇਸ਼ਾਂ ਦੇ ਵਿੱਚ ਕੁਰਬਾਨੀਆਂ। ਵਰਲਡ ਵਾਰ ਸਿੱਖ ਕੌਮ ਦਾ ਜਿਹੜਾ ਹੈ ਇਤਿਹਾਸ ਲੈ ਲਓ, ਉਹਦੇ ਵਿੱਚ ਵੀ ਬੜੀ ਐਗਜ਼ਾਮਪਲ ਹੈ। ਕੀ ਗਣਾਵਾਂ ਜੀ ਮੈਂ ਇਸ ਪੰਥ ਦੀਆਂ। ਮਾਰਾਂ ਬੜੀਆਂ ਵੱਡੀਆਂ ਨੇ, ਪਰ ਸ਼ੇਰਾਂ ਦੀਆਂ ਮਾਰਾਂ 'ਤੇ ਗਿੱਦੜ ਕਲੋਲਾਂ ਕਰਦੇ ਨੇ। ਚਲੋ ਅੱਜ ਦਿਨ ਬਹੁਤ, ਕਿਉਂਕਿ 1 ਜੂਨ ਤੁਹਾਡੇ ਚੜ੍ਹ ਚੁੱਕੀ ਹੈ, ਕਹਿਰ ਭਰਿਆ ਦਿਨ ਹੈ ਅੱਜ ਦਾ ਇਤਿਹਾਸਕ ਦਿਨ ਜਿਹੜਾ ਹੈ। ਦਰਬਾਰ ਸਾਹਿਬ 'ਤੇ ਕੱਲੀਆਂ ਗੋਲੀਆਂ ਨਹੀਂ ਚਲਾਈਆਂ, ਸਮੇਂ ਦੀ ਹਾਕਮ ਅੰਨੀ ਅਤੇ ਬੋਲੀ ਹੋ ਗਈ। ਅਤੇ ਸ਼ਹਿ ਦੇਣ ਵਾਲੇ ਆਪਣੀ ਖੁੱਲ੍ਹੀ ਕਿਤਾਬ ਦੇ ਵਿੱਚ ਆਪ ਲਿਖਦੇ ਨੇ ਮਾਈ ਕੰਟਰੀ ਮਾਈ ਲਾਈਫ ਦੇ ਵਿੱਚ ਦੋਨੋਂ ਹੀ ਪਾਰਟੀਆਂ ਇੱਕੋ ਜਿਹੀਆਂ ਨੇ ਕਿ ਉਹ ਤਾਂ ਮੰਨਦੀ ਨਹੀਂ ਸੀ ਅਸੀਂ ਦੁਰਗਾ ਮਾਤਾ ਦਾ ਖਿਤਾਬ ਦਿੱਤਾ ਉਹਨੂੰ। ਦਰਬਾਰ ਸਾਹਿਬ 'ਤੇ ਅਟੈਕ ਦੀ ਗੱਲ ਕਰੀਏ, ਕਿੰਨੇ ਵਰ੍ਹੇ ਹੋ ਗਏ ਨੇ, ਕੀ ਕਹਿਣਾ ਚਾਹੋਗੇ ਤੁਸੀਂ? ਬਹੁਤ ਸਮਾਂ ਹੋ ਗਿਆ, ਦਿਨ ਪਰ ਦਿਨ ਗੁਜ਼ਰ ਰਿਹਾ। ਇੱਕ ਕਹਿਰ ਦਾ ਦਿਨ ਜਿਹੜਾ ਹੈਗਾ ਨਾ ਚਾਵਲਾ ਸਾਹਿਬ, ਅੱਜ ਵੀ ਦੇਖੋ ਜੂਨ 1 ਜੂਨ ਨੂੰ 12:40 ਤੇ ਸ਼ੁਰੂ ਹੋਈ ਸੀ ਗੋਲੀਬਾਰੀ। ਤਕਰੀਬਨ ਸ਼ਾਮ ਨੂੰ 8:15 ਉੱਤੇ ਬੰਦ ਕੀਤੀ ਸੀ। ਤਕਰੀਬਨ 7.5 ਘੰਟੇ ਦਰਬਾਰ ਸਾਹਿਬ ਤੇ ਗੋਲੀ ਚੱਲਦੀ ਰਹੀ। 11 ਦੇ ਕਰੀਬ ਸ਼ਰਧਾਲੂ ਉੱਥੇ ਸ਼ਹੀਦ ਹੋ ਗਏ ਸੀਗੇ ਤੇ ਦਰਜਨਾਂ ਸ਼ਰਧਾਲੂ ਜਿਹੜੇ ਸੀਗੇ ਉਹ ਇਸ ਗੋਲੀਬਾਰੀ ਨਾਲ। ਬਾਕੀ ਤਾਂ ਬਾਅਦ ਦਾ ਬਹੁਤ ਖਤਰਨਾਕ ਕੰਮ ਚੱਲਿਆ। ਇਹ ਅੱਜ ਦੇ ਦਿਨ ਵੀ ਦਰਜਨਾਂ ਸ਼ਰਧਾਲੂ ਜਿਹੜੇ ਸੀਗੇ ਉਹ ਜ਼ਖਮੀ ਵੀ ਹੋਏ ਸੀਗੇ। ਦਰਬਾਰ ਸਾਹਿਬ ਦੇ ਉੱਪਰ ਜਿਹੜੇ ਸੁਨਹਿਰੀ ਗੁੰਬਦ ਸੀਗੇ ਉਹਦੇ ਵੀ 18 ਦੇ ਕਰੀਬ 18-19 ਗੋਲੀਆਂ ਲੱਗੀਆਂ ਸੀਗੀਆਂ। ਤੇ ਇਹ ਬੇਰਹਿਮ ਸਰਕਾਰ ਦਾ ਇਹ ਬੇਰਹਿਮ ਸੀਗਾ ਜਿਹੜਾ ਕਿ ਇਹ ਕਾਰਾ ਸੀਗਾ ਦਰਬਾਰ ਸਾਹਿਬ ਤੇ ਅਟੈਕ ਕਰਨਾ। ਅਸਲ 'ਚ ਉਸ ਦਿਨ ਸਿੰਘਾਂ ਨੇ ਅੰਦਰੋਂ ਕੋਈ ਗੋਲੀ ਨਹੀਂ ਚਲਾਈ ਸੀ। ਚਾਵਲਾ ਸਾਹਿਬ, ਬੜੀ ਕਮਾਲ ਦੀ ਗੱਲ ਹੈ। 27 ਮਈ ਨੂੰ ਅਕਾਲੀ ਦਲ ਵਾਲੇ ਸਾਰੇ ਉੱਥੇ ਕਹਿ ਆਏ ਸੀ ਕਿ ਸਾਡੇ ਵੱਸ ਦੀ ਗੱਲ ਤਾਂ ਹੈ ਨਹੀਂ, ਜਿਹੜਾ ਅੰਦਰੋਂ ਕੁਛ ਵੀ ਭਿੰਡਰਾਂ ਵਾਲੇ ਨੂੰ ਕਰਨਾ, ਤੁਸੀਂ ਉਹਨੂੰ ਕੱਢਣ ਵਾਸਤੇ ਕੋਈ ਕਾਰਵਾਈ ਕਰਨੀ ਚਾਹੁੰਦਾ ਕਰ ਸਕਦੇ। ਉਸ ਤੋਂ ਬਾਅਦ ਫਿਰ ਜਿਹੜੇ ਬਰਾੜ ਸ਼ਰਾਰ ਉੱਥੇ ਆਏ ਉਹਨਾਂ ਨੇ ਫਿਰ ਪੂਰਾ ਟੋਲਿਆ ਛੋਲਿਆ ਤੇ ਡੋ ਕੇ ਤੇ ਫਿਰ ਪਹਿਲੇ ਦਿਨ ਗੋਲੀਬਾਰੀ ਜਿਹੜੀ ਕੀਤੀ ਹੈ ਉਹ ਇਸ ਵਾਸਤੇ ਕੀਤੀ ਹੈ ਕਿ ਸ਼ਾਇਦ ਅੰਦਰੋਂ ਕੁਛ ਪਤਾ ਲੱਗੇ ਕਿ ਕਿੰਨੇ ਖਤਰਨਾਕ ਹਥਿਆਰ ਹੈਗੇ ਆ। ਭਾਵੇਂ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਜਥੇਦਾਰ ਨੇ ਉਸ ਟਾਈਮ ਕਹਿਤਾ ਸੀਗਾ ਕਿ ਆਪਾਂ ਕੋਈ ਐਸੀ ਕਾਰਵਾਈ ਨਹੀਂ ਕਰਨੀ ਜਿਹੜੀ ਕਿ ਕਿਸੇ ਦੇ ਖਿਲਾਫ ਜਾਵੇ, ਕੋਈ ਬੰਦਾ ਮਾਰਨਾ, ਫੌਜ ਨੂੰ ਮਾਰਨਾ, ਕਹਿਤਾ ਸੀਗਾ। ਪਰ ਬਾਅਦ ਵਿੱਚ ਜਦੋਂ ਇਹ ਗੋਲੀਬਾਰੀ ਚੱਲੀ, ਸ਼ਹੀਦ ਹੋ ਗਏ ਸ਼ਰਧਾਲੂ, ਫਿਰ ਅਕਾਲ ਤਖ਼ਤ ਜਥੇਦਾਰ ਸਾਹਿਬ ਨੇ ਕਿਹਾ ਸੀ ਵੀ ਹੁਣ ਤੁਹਾਨੂੰ ਜਵਾਬ ਦੇਣਾ ਚਾਹੀਦਾ, ਮੂੰਹ ਤੋੜੋਂ ਜਵਾਬ ਦੇਣਾ ਚਾਹੀਦਾ। ਉਸ ਵੇਲੇ ਕਿਹਾ ਗਿਆ ਸੀ ਕਰੇ ਵੀ ਕੀ ਬੰਦਾ ਜਦੋਂ ਚੂਕਾ ਰਾਜਾ ਮਹੀਰ ਤੇ ਦਰਜ ਹਲਾਲ ਅਸਤ ਗੁਰਦਨ ਬ ਸ਼ਮਸ਼ੀਰ ਦਾ ਅਸਤਰ ਕੀ ਕਰੇ ਬੰਦਾ ਉੱਥੇ ਚਾਰ ਚੁੱਕਣੇ ਪੈਣੇ ਸੀ ਨਾ। ਤੇ ਫਿਰ ਉਹ ਹੋਇਆ, ਚਲੋ ਬੜਾ ਵੱਡਾ ਘੱਲੂਘਾਰਾ ਹੋਇਆ ਇਹ, ਇਸ ਨੂੰ ਅਸੀਂ ਕਦੇ ਭੁੱਲ ਨਹੀਂ ਸਕਦੇ। ਬੇਸ਼ੱਕ ਇਸ ਤੋਂ ਪਹਿਲਾਂ ਵੀ ਸਾਡੇ ਦਰਬਾਰ ਸਾਹਿਬ ਦੇ ਉੱਪਰ ਜੋ ਹਮਲੇ ਹੁੰਦੇ ਰਹੇ, ਅਟੈਕ ਹੁੰਦੇ ਰਹੇ, ਬਹੁਤ ਕੁਛ ਹੋਇਆ ਪਹਿਲਾਂ, ਪਰ ਇਸ ਦਿਨ ਨੇ ਸਾਰੇ ਦਿਨਾਂ ਨੂੰ ਇੱਕ ਤਰ੍ਹਾਂ ਪਿੱਛੇ ਇਸੇ ਪਾ ਦਿੱਤੀ ਕਿ ਦਰਬਾਰ ਸਾਹਿਬ ਨੂੰ ਢੇਕੇ ਨਹੀਂ ਕਰਤਾ ਸੀਗਾ ਤੇ ਸ਼ਹੀਦ ਹੋ ਗਏ ਸੀਗੇ। ਚਲੋ
ਇਹ ਅੱਜ ਦਾ ਦਿਨ ਬੜਾ ਖਤਰਨਾਕ ਕਹਿਰ ਭਰਿਆ ਦਿਨ ਹੈ। ਸ਼ੁਰੂ ਹੋਇਆ, ਗਰਮੀਆਂ ਸੀਗੀਆਂ ਬਹੁਤ ਜ਼ਿਆਦਾ, ਬੁਰਾ ਹਾਲ ਸੀਗਾ, ਪਰ ਫਿਰ ਵੀ ਸੈਂਟਰ ਦੀ ਜਿਹੜੀ ਕਿ ਇੰਦਰਾ ਸਰਕਾਰ ਸੀ ਉਸਨੇ ਇੱਕ ਭੋਰਾ ਭਰ ਵੀ ਰਹਿਮ ਨਹੀਂ ਕੀਤਾ ਸਰਹੱਦਾਂ ਦੇ ਉੱਪਰ। ਤੇ ਅੱਜ ਤੱਕ ਚਾਵਲਾ ਸਾਹਿਬ, ਇਹ ਬੜੀ ਵੱਡੀ ਘਟਨਾ ਹੈਗੀ ਆ। ਇਸ ਘਟਨਾ ਦੀ ਕੋਈ CBI, ਕੋਈ ਰਾ, ਕੋਈ ਵਿਦੇਸ਼ੀ ਏਜੰਸੀ, ਕੋਈ UNO ਨੇ ਅਜੇ ਤੱਕ ਕੋਈ ਪੜਤਾਲ ਨਹੀਂ ਕੀਤੀ, ਨਾ ਹੀ ਕੋਈ ਪੜਤਾਲ ਵਾਸਤੇ ਆਰਡਰ ਕੀਤੇ ਆ। ਇਹ ਤਾਂ ਐਡੀ ਵੱਡੀ ਘਟਨਾ, ਕੋਈ ਪੜਤਾਲ ਕਮਿਸ਼ਨ ਨਹੀਂ, ਕੋਈ ਪੜਤਾਲ। ਅਕੀਦਾ ਸਾਹਿਬ, ਇਹ ਜਿਹੜੀ ਤੁਸੀਂ ਗੱਲਾਂ ਕਰ ਰਹੇ ਹੋ, ਇਹ ਕਰਵਾਉਣੀਆਂ ਕਿੰਨੇ ਸੀ? ਮੈਂ ਤੇ 100 ਸੁਨਾਰ ਦੀ ਇੱਕ ਲੋਹਾਰ ਦੀ ਕਹਿਤੀ ਹੈ ਕਿ ਸ਼ੇਰਾਂ ਦੀਆਂ ਮਾਰਾਂ ਤੇ ਗਿੱਦੜ ਕਲੋਲਾਂ ਕਰਦੇ ਆ। ਕਿਹਦੀ ਹਿੰਮਤ ਸੀਗੀ ਦਰਬਾਰ ਸਾਹਿਬ ਵਾਲੇ ਪਾਸੇ ਨੂੰ ਟੈਂਕਾਂ ਤੋਪਾਂ ਲੈ ਕੇ ਆਉਂਦੀ? ਤੇ ਸਾਡੇ ਵਿੱਚ ਜਿਹੜੇ ਗਦਾਰ ਬੈਠੇ ਤੇ ਜਿਹਨਾਂ ਤੁਸੀਂ ਜਿਹੜਾ ਨਾਂ ਲੈ ਰਹੇ ਹੋ, ਮਗਰਮੱਛ ਦੇ ਹੰਝੂ ਹੁਣ ਵਹਾ ਰਹੇ ਨੇ ਇੰਨੇ ਸਾਲਾਂ ਬਾਅਦ ਵੀ ਇਹ। ਹਾਂਜੀ, ਇਹਨਾਂ ਵਾਸਤੇ ਤਾਂ ਜਿਹੜੇ ਜੇ ਸ਼ਰੇਆਮ ਕਹਿੰਦੇ ਚੋਰ ਦਾ ਸਾਥ ਦੇਣ ਵਾਲਾ ਵੀ ਚੋਰ ਹੁੰਦਾ, ਹਾਂਜੀ ਮੰਨਦੇ ਹੋ ਤੁਸੀਂ ਨਾ, ਕਾਨੂੰਨ ਮੰਨਦਾ ਨਾ ਇਹ ਚੀਜ਼ ਨੂੰ। ਤੇ ਜਿਹੜੇ ਸ਼ਰੇਆਮ ਕਹਿੰਦੇ ਆ ਕਿ ਅਸੀਂ ਇਹ ਕਰਵਾਇਆ, ਉਹ ਤਾਂ ਕਰਨਾ ਨਹੀਂ ਚਾਹੁੰਦੀ, ਤੇ ਫਿਰ ਉਹਨਾਂ ਨਾਲ ਤੇ ਇਹਨਾਂ ਦਾ 9 ਮਾਸ ਦੇ ਰਿਸ਼ਤੇ ਰਹੇ। ਹਾਂਜੀ, ਰਹਿ ਕਿ ਨਹੀਂ ਰਹੇ? ਹੁਣ ਇੱਕ ਫੇਰ ਉਹੀ ਗੱਲਾਂ, ਜਦੋਂ 1 ਜੂਨ ਆਉਣੀ ਆ, ਚੋਣਾਂ ਲੱਗ ਕੇ ਆ ਗਈਆਂ, ਹੁਣ ਜ਼ਖਮ ਜਿਹੜੇ ਨੇ ਖਰੋਂਚੇ ਜਾਣੇ ਨੇ, ਫੇਰ ਖਰੋਂਚੇ ਨੌਂਦਰਾ ਮਾਰ ਨਹੀਂ ਇਹਨਾਂ ਨੇ, ਮਲਮ ਨਹੀਂ ਲਾਉਣਾ। ਤੁਸੀਂ ਵੇਖ ਲਿਓ ਬਹਿਰੂਪੀ, ਉਹ ਜਿਹੜਾ ਵੀ ਬੋਲੂਗਾ ਉਹਦੀ ਹਿਸਟਰੀ ਕੱਢ ਕੇ ਵੇਖ ਲਿਓ ਤੁਸੀਂ ਵੀ ਉਦੋਂ ਕਿੱਥੇ ਸੀ ਤੇ ਅੱਜ ਕਿੱਥੇ ਹੈ। ਚਲੋ ਸ਼ਹੀਦਾਂ ਨੂੰ ਸਿਜਦਾ, ਪਰ ਇਤਿਹਾਸ ਦੇ ਵਿੱਚ 153 ਦਿਨ ਲਿਖਿਆ, ਜਿੰਨੇ ਵੀ ਦਰਬਾਰ ਸਾਹਿਬ ਤੇ ਅਟੈਕ ਕੀਤਾ ਨਾ, 153 ਤੋਂ ਵੱਧ ਨਹੀਂ ਉਹ ਸਾਹ ਲੈ ਸਕਿਆ। ਅੰਕੜੇ ਸੁਣਾ ਦਾਂਗੇ ਕਿਤੇ। ਅੱਜ ਸਾਰਾ ਹਫ਼ਤਾ ਸ਼ਹੀਦਾਂ ਨੂੰ ਹੀ ਸਮਰਪਿਤ ਰਹਿਣਾ, ਔਰ ਅੱਜ ਦਾ ਨਹੀਂ 97 ਤੋਂ ਹੀ ਇਹ ਅਸੀਂ ਰੱਖਿਆ। ਕੱਲ 1 ਜੂਨ ਹੈ, 1 ਜੂਨ ਤੋਂ ਲੈ ਕੇ ਇਹ ਸਾਰਾ ਹਫ਼ਤਾ ਸ਼ੁੱਕਰਵਾਰ ਤੱਕ ਇੱਥੇ ਕੁਝ ਇਹਦੇ ਵਿੱਚ ਨੱਚਣ ਟੱਪਣ ਵਾਲਾ ਸਾਡਾ ਕੋਈ ਗੀਤ ਸੰਗੀਤ ਨਹੀਂ ਹੁੰਦਾ। ਨਰੋਲ ਜਿਹੜੀ ਹੈ ਗੁਰਬਾਣੀ, ਤੇ ਉਹਨਾਂ ਸ਼ਹੀਦਾਂ ਨੂੰ ਹੀ ਸਜਦਾ ਕਰਦੇ ਆ। ਇਹ ਬੜਾ ਚੁੱਭਦਾ ਗਈਆਂ ਨੂੰ, ਬਹੁਤ ਜ਼ਿਆਦਾ ਡੰਗ ਮਾਰਦਾ ਹੈ, ਬਹੁਤ ਜ਼ਿਆਦਾ, ਵੀ ਇਹ ਇੱਥੇ ਆਵਾਜ਼ ਕਿਉਂ ਉੱਠਦੀ ਹੈ। ਪਰ ਜਿਹੜੀ ਇਹ ਘਟਨਾ ਵਾਪਰੀ ਹੈ, ਸਹੀ ਹੈ, ਸਾਡੇ ਨਾਲ ਹੋਈ ਹੈ ਜੀ। ਤੇ ਦਰਦ ਤਾਂ ਫਿਰ ਜਦੋਂ ਇਹ ਦਿਨ ਆਉਂਦੇ ਨੇ ਨਾ, ਤੇ ਆਪਣੇ ਆਪ ਹੀ ਅੱਲੇ ਹੋ ਜਾਂਦੇ ਨੇ। ਖੈਰ, ਪੰਜਾਬ ਕਾਂਗਰਸ ਮਾਮਲਾ, ਰਾਹੁਲ ਗਾਂਧੀ ਵੱਲੋਂ ਪੰਜਾਬ ਦੇ ਕਾਂਗਰਸ ਮਾਮਲਿਆਂ ਦੇ ਵਿੱਚ ਸਿੱਧਾ ਦਖਲ ਕੈਪਟਨ ਧੜੇ ਨੂੰ ਪਾ ਰਿਹਾ ਹੈ ਚਿੰਤਾ ਵਿੱਚ। ਕੀ ਕਹਿਣਾ ਚਾਹੋਗੇ? ਚਾਵਲਾ ਸਾਹਿਬ ਦੇਖੋ, ਉੱਥੇ ਬੁਲਾ ਲਿਆ ਜੀ, ਮੀਟਿੰਗ ਬੁਲਾਈ ਆ ਦਿੱਲੀ ਦੇ ਵਿੱਚ, ਪੰਜਾਬ ਦੇ MLA 25 ਦੇ ਕਰੀਬ ਤੇ ਮੰਤਰੀ ਉੱਥੇ ਪਹੁੰਚੇ ਆ, ਤੇ ਕੱਲੇ ਨੂੰ ਪੁੱਛਿਆ ਉਹਨਾਂ ਨੇ, ਕਮੇਟੀ ਨੇ, ਜਿਹੜੇ ਖੜਗੇ ਹੋਣੀ ਹੈਗੇ ਆ, ਤੇ ਹਰੀਸ਼ ਰਾਵਤ ਹੋਣੀ ਹੈਗੇ ਆ, ਅਗਰਵਾਲ ਹੋਣੀ ਹੈਗੇ ਆ, ਇਹਨਾਂ ਨੇ ਮੇਰੀ ਕਮੇਟੀ ਬਣਾਈ ਹੈਗੀ ਆ। ਤੇ ਬੜੀ ਇੱਕ ਵੱਖਰੇ ਤਰ੍ਹਾਂ ਦੀ ਗੱਲ ਸਾਹਮਣੇ ਆਈ ਆ, ਜਿਹੜੀ ਕਿ ਸੁੱਤਨ ਦੇ ਹਵਾਲੇ ਨਾਲ ਜਿਹੜਾ ਰਾਹੁਲ ਗਾਂਧੀ ਹੈਗਾ, ਉਹ ਮੰਤਰੀਆਂ ਨਾਲ 15-15 ਮਿੰਟ ਪਹਿਲਾਂ ਟਾਈਮ ਸਹੀ ਕਿ ਵੀ ਇੰਨੇ ਵਜੇ ਤੁਹਾਨੂੰ ਰਾਹੁਲ ਗਾਂਧੀ ਮੀਟਿੰਗ ਕਰਨ, ਤੁਹਾਡੇ ਨਾਲ ਫੋਨ ਤੇ ਗੱਲ ਕਰਨਗੇ। ਤੇ ਲਗਾਤਾਰ ਮੰਤਰੀ ਨਾਲ ਤੇ ਅਹਿਮ ਜਿਹੜੇ ਬੰਦੇ ਹੈਗੇ ਉਹਨਾਂ ਨੂੰ ਲਗਾਤਾਰ ਉਹ 15-15 ਮਿੰਟ ਰਾਹੁਲ ਗਾਂਧੀ ਗੱਲ ਕਰ ਰਹੇ ਨੇ, ਤੇ ਪੰਜਾਬ ਦੇ ਮਾਮਲਿਆਂ ਬਾਰੇ, ਪੰਜਾਬ ਦੇ ਸੰਬੰਧ ਬਾਰੇ। ਤੇ ਭਾਵੇਂ ਕਿ ਨਵਜੋਤ ਸਿੱਧੂ ਕਟਾਰੇ ਵਿੱਚ ਹੀ ਹੈ, ਕੱਲ ਕੁਛ ਸਮਾਂ ਜਿਹੜਾ ਕਿ ਉਹ ਗਿਆ ਘਰੋਂ, ਤੇ ਉਹਨਾਂ ਦੀ ਪੈੜ ਨੱਪ ਰਹੀ ਆ ਪੰਜਾਬ ਸਰਕਾਰ ਦੀ ਖੁਫੀਆ ਜਿਹੜਾ ਤੰਤਰ ਹੈਗਾ, ਉਹ ਪੈੜ ਨੱਪ ਰਿਹਾ। ਬੰਦੇ ਸਿਵਲ ਵਰਦੀ ਦੇ ਉੱਤੇ ਚੜਦੇ ਆ, ਉਹਦੇ ਜਿਹੜੀ ਕੋਠੀ ਹੈਗੀ ਆ ਉਹਦੇ ਆਲੇ ਦੁਆਲੇ ਤੇ ਫਿਰਦੇ ਆ, ਤੇ ਲੱਭਦੇ ਆ ਕਿ ਅੱਜ ਨਵਜੋਤ ਸਿੱਧੂ ਜਾ ਕਿੱਧਰੋਂ ਰਿਹਾ। ਅੱਛਾ, ਕੱਲ ਜਦੋਂ ਉਹ ਨਿਕਲਿਆ ਘਰੋਂ ਤਾਂ ਪਤਾ ਲੱਗਿਆ ਕਿ ਦਿੱਲੀ ਪਹੁੰਚ ਗਿਆ ਜੀ। ਤੇ ਉਹ ਪੂਰਾ ਹਲਚਲ ਹੋ ਗਈ, ਪੂਰੇ ਨਵਜੋਤ ਸਿੱਧੂ ਦਿੱਲੀ ਪਹੁੰਚ ਗਿਆ ਜੀ, ਪਤਾ ਲੱਗਾ ਉੱਪਰ ਤੱਕ ਕਿੱਥੇ ਗਿਆ। ਸ਼ਾਮ ਨੂੰ ਘਰ ਵਾਪਸ ਆ ਗਿਆ, ਫੇਰ ਉਹ ਚਲੋ ਸ਼ਾਂਤੀ ਹੋਈ, ਦਿੱਲੀ ਨਹੀਂ ਗਿਆ। ਇੱਥੇ ਕਿੱਥੇ ਗਿਆ? ਪਰ ਗਿਆ ਕਿੱਥੇ ਆ ਪੰਜਾਬ ਦੇ ਵਿੱਚ? ਕਿਹੜੇ ਲੀਡਰ ਨੂੰ ਮਿਲ ਕੇ ਆਇਆ ਹੈ? ਕਿੱਥੇ ਗਿਆ? ਅਸਲ ਵਿੱਚ ਨਵਜੋਤ ਸਿੱਧੂ, ਪ੍ਰਤਾਪ ਸਿੰਘ ਬਾਜਵਾ, ਪ੍ਰਗਟ ਸਿੰਘ, ਜਿਹੜੇ ਇਹ ਕੈਪਟਨ ਦੇ ਵਿਰੋਧਤਾ ਦੇ ਵਿੱਚ ਬੰਦੇ ਬੈਠੇ ਆ ਨਾ, ਇਹ ਵਿਰੋਧਤਾ ਵਿੱਚ ਨਹੀਂ ਬੈਠੇ। ਕੈਪਟਨ ਅਮਰਿੰਦਰ ਸਿੰਘ ਨੇ ਇਹਨਾਂ ਦਾ ਵਿਰੋਧ ਖੁਦ ਛੇੜਿਆ ਚਾਵਲਾ ਸਾਹਿਬ, ਕਿਉਂਕਿ ਉਹਨਾਂ ਦੇ ਖਿਲਾਫ ਕੁਝ ਨਾ ਕੁਝ ਗੱਲਾਂ ਕਰੀ ਜਾਣੀਆਂ, ਕੁਝ ਨਾ ਕੁਝ ਇਹਨਾਂ ਦੇ ਖਿਲਾਫ ਕਰੀ ਜਾਣਾ। ਤੇ ਹੁਣ ਜਿਹੜਾ CMO ਆ, ਜਿਹੜਾ ਚੀਫ ਮਿਨਿਸਟਰ ਦਫ਼ਤਰ ਹੈਗਾ, ਉਹਦੀ ਕੀ ਜ਼ਰੂਰਤ ਹੈਗੀ ਕਿਸੇ MLA ਨੂੰ, ਕਿਸੇ ਮੰਤਰੀ ਨੂੰ ਉਹ ਕਹੇ ਕਿ ਤੂੰ ਚੁੱਪ ਕਰ ਵੀ, ਤੂੰ ਨਹੀਂ ਬੋਲਣਾ ਇਸ ਮੁੱਦੇ ਤੇ? ਬਿਲਕੁਲ, ਕੈਪਟਨ ਸਾਹਿਬ ਨੇ ਆਰਡਰ, ਕਿਸੇ ਦੀ ਕੀ ਜ਼ਰੂਰਤ ਹੈ ਕਿ ਇੱਕ ਉਹਦਾ ਸਲਾਹਕਾਰ ਸੁਨੀਲ ਸੰਧੂ ਪ੍ਰਗਟ ਸਿੰਘ ਨੂੰ ਕਹੇ ਕਿ ਕੈਪਟਨ ਅਮਰਿੰਦਰ ਸਿੰਘ ਦਾ ਹੁਕਮ ਹੈ, ਚੁੱਪ ਕਰ ਜਾ, ਨਹੀਂ ਤੇਰੇ ਖਿਲਾਫ ਅਸੀਂ ਕਾਰਵਾਈ ਕਰਾਂਗੇ, ਤੇਰੇ ਖਿਲਾਫ ਅਸੀਂ ਕੇਸ ਪਾਵਾਂਗੇ।
ਤੇ ਇਹ ਕਿਸੇ ਸੰਦੀਪ ਸੰਧੂ ਨੂੰ ਕੀ ਜ਼ਰੂਰਤ ਆ ਵੀ ਉਹ ਕਿਸੇ ਮਤਲਬ ਕਿਸੇ ਪਰ ਉਹ ਤਾਂ ਕਹਿੰਦਾ ਮੈਂ ਫੋਨ ਕੀਤਾ ਨਹੀਂ, ਇਹਦੇ ਕੋਲ ਪ੍ਰਗਟ ਕੋਈ ਪ੍ਰੂਫ ਹੋਊਗਾ, ਸਬੂਤ ਹੋਊਗਾ ਤੇ ਫੇਰ ਹੀ ਬੋਲਿਆ ਨਾ। ਸ਼ਰੇਆਮ ਆਖੀ ਜਾਂਦਾ, ਸ਼ਰੇਆਮ ਤਾਂ ਕਹਿੰਦਾ ਇੰਨੇ ਵੀ ਫੋਨ ਕੀਤਾ ਮੈਨੂੰ, ਸਾਰਾ ਕੁਝ ਆਖੀ ਦਾ ਸਾਰਾ ਕੁਝ। ਚਲੋ ਪਰ ਪਤਾ ਲੱਗਾ ਕਿ ਨਵਜੋਤ ਸਿੱਧੂ ਕਿਤੇ ਗਿਆ ਹੀ ਨਹੀਂ, ਉਹ ਤਾਂ ਪਟਿਆਲੇ ਵਿੱਚ ਹੀ ਰਹਿ ਕੇ ਨੈਟਵਰਕ ਪੂਰਾ ਚਲਾ ਰਿਹਾ ਆਪਣਾ, ਲੱਗਦਾ ਦਿੱਲੀ ਗਏ। ਹਾਂ ਨਾ ਦਿੱਲੀ ਨਹੀਂ ਗਿਆ, ਦਿੱਲੀ ਮੇਰੇ ਖਿਆਲ ਚ ਉਹਨਾਂ ਦਾ ਅੱਜ ਸ਼ਾਇਦ ਨਾ ਹੋਵੇ, ਅਸਲ ਮੈਂਬਰ ਪਾਰਲੀਮੈਂਟ ਹੁਣ ਸਰ ਮੇਰੇ ਖਿਆਲ ਚ, ਤੇ ਕੈਪਟਨ ਸਾਹਿਬ ਨੂੰ ਬੁਲਾਇਆ ਜਾਏਗਾ, ਉਹ ਵੀ ਮੇਰੇ ਖਿਆਲ ਚ ਕੱਲ ਨੂੰ ਪਹੁੰਚਣਗੇ। ਸੁਨੀਲ ਜਾਖੜ ਜਾਖੜ ਵੱਲੋਂ ਆਖਿਆ ਗਿਆ, ਉਹ ਕਈ ਪਾਸੇ ਨੂੰ ਕਰਦਾ ਹੈ। ਇੱਕ ਤਾਂ ਉਹ ਕਹਿ ਰਿਹਾ ਕਿ ਜਿਹੜਾ ਬੇਅਦਬੀ ਦੇ ਦੋਸ਼ੀ ਹੈਗੇ ਆ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਬਣਦੀ ਆ, ਅਸੀਂ ਸਾਰੇ ਇਕਮੁੱਠ ਹੈਗੇ ਆ, ਤੇ ਨਾਲ ਇੱਕ ਸ਼ਬਦ ਹੋਰ ਕਹਿੰਦਾ, ਜਿਨ੍ਹਾਂ ਨੇ ਕਾਂਗਰਸ ਦੇ ਵਿੱਚ ਰਹਿ ਗਈ ਉਹਦੀ ਪਿੱਠ ਦੇ ਉੱਪਰ ਛੁਰਾ ਮਾਰਿਆ ਨਾ, ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਇਹ ਵੀ ਆਖੀ ਜਾਂਦਾ, ਹੁਣ ਪਿੱਠ ਛੁਰਾ ਮਾਰਨ ਵਾਲਾ ਕੌਣ ਬੰਦਾ ਕਾਂਗਰਸ ਦੇ ਵਿੱਚ ਰਹਿ ਕੇ, ਉਹ ਤਾਂ ਫਿਰ ਉਹਦੇ ਵਾਸਤੇ ਪ੍ਰਗਟ ਸਿੰਘ ਤੇ ਨਵਜੋਤ ਵਰਗੇ ਬੰਦੇ ਹੈਗੇ ਆ, ਜਾਂ ਪ੍ਰਤਾਪ ਸਿੰਘ ਬਾਜਵਾ ਬੰਦਾ ਹੈਗਾ, ਪ੍ਰਧਾਨ ਸਾਹਿਬ ਪ੍ਰਧਾਨ ਜਦੋਂ ਕਿਸੇ ਕਾਂਗਰਸ ਦਾ ਪ੍ਰਧਾਨ ਨਾ ਚਾਵਲਾ ਸਾਹਿਬ, ਉਸ ਨੂੰ ਇਹੋ ਜਿਹੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਦੋਂ ਕਿ ਕਾਂਗਰਸ ਸੰਕਟ ਵਿੱਚ ਹੈਗੀ ਹੈ, ਪਰ ਉਹ ਕਰ ਰਿਹਾ। ਪਤਾ ਨਹੀਂ ਪਿੱਛੇ ਕੀ ਕਾਰਨ ਆ, ਇਹਦੇ ਪਿੱਛੇ ਕੌਣ ਨੇ। ਰੰਧਾਵਾ ਸਾਹਿਬ ਨੇ ਪੁੱਛਿਆ ਪੱਤਰਕਾਰਾਂ ਨੇ, ਜੀ ਰੰਧਾਵਾ ਸਾਹਿਬ ਤੁਸੀਂ ਦੱਸੋ, ਕਹਿੰਦਾ ਵੀ ਮੈਂ ਕੁਝ ਨਹੀਂ ਕਹਿਣਾ, ਸਾਡੀਆਂ ਮੀਟਿੰਗਾਂ ਚੱਲ ਰਹੀਆਂ ਨੇ, ਇਸ ਮੁੱਦੇ ਦੇ ਅਸੀਂ ਅੱਜ ਕੋਈ ਗੱਲ ਨਹੀਂ ਕਰਨੀ, ਪਹਿਲਾਂ ਗੱਲਾਂ ਕੀਤੀਆਂ ਨੇ ਅਸੀਂ, ਪਰ ਅੱਜ ਨਹੀਂ ਕਰਨੀ ਗੱਲ ਅਸੀਂ। ਪ੍ਰਤਾਪ ਸਿੰਘ ਬਾਜਵਾ ਕਹਿੰਦੇ ਵੀ ਹਾਂ ਕਾਂਗਰਸ ਨੂੰ ਟਾਈਫਾਈਡ ਹੋ ਗਿਆ, ਕਹਿੰਦਾ ਜੀ, ਉਹ ਕਹਿੰਦੇ ਕੈਂਸਰ ਤਾਂ ਨਹੀਂ, ਕੈਂਸਰ ਨਹੀਂ, ਕੈਂਸਰ ਦਾ ਇਲਾਜ ਹੁੰਦੀ ਆ, ਟਾਈਫਾਈਡ ਦਾ ਇਲਾਜ ਹੁੰਦਾ ਹੈ, ਟਾਈਫਾਈਡ ਤੋਂ ਵਧੀਆ ਇਲਾਜ ਨਾ ਕੀਤਾ ਤਾਂ ਪੀਲੀਆ ਹੋ ਜਾਣਾ, ਜੇ ਪੀਲੀਆ ਨਾ ਇਲਾਜ ਕੀਤਾ ਪ੍ਰੋਬਲਮ ਆ ਜਾਣੀ ਹੈ ਵੱਡੀ, ਤੇ ਇਸ ਕਰਕੇ ਟਾਈਫਾਈਡ ਦਾ ਇਲਾਜ ਵੀ ਕਰਨਾ ਚਾਹੀਦਾ ਸਰਕਾਰ ਨੂੰ। ਸਾਨੂੰ ਵੀ ਬੁਲਾਏਗੀ ਸੋਰੀ ਕਾਂਗਰਸ ਨੂੰ, ਸਾਨੂੰ ਵੀ ਬੁਲਾਏਗੀ ਕਾਂਗਰਸ, ਤੇ ਜਿਹੜਾ ਹਾਈ ਕਮਾਂਡ ਹੈ ਅਸੀਂ ਵੀ ਗੱਲ ਕਰਾਂਗੇ ਆਪਣੀ। ਪੰਜਾਬ ਕਾਂਗਰਸ ਦੇ ਵਿੱਚ ਅਫਸਰਸ਼ਾਹੀ ਦਾ ਰਾਜ ਹੈ, ਸਰਕਾਰ ਦਾ ਰਾਜ ਨਹੀਂ ਹੈਗਾ। ਅਫਸਰ ਹੀ ਹਦਾਇਤਾਂ ਕਰਦੇ ਆ ਮੰਤਰੀਆਂ ਨੂੰ, ਅਫਸਰ ਹਦਾਇਤਾਂ ਕਰਦੇ ਆ MLA ਨੂੰ, ਅਫਸਰ ਹਦਾਇਤਾਂ ਕਰਦੇ ਆ ਕਾਂਗਰਸੀ ਲੀਡਰਾਂ ਨੂੰ, ਇੱਥੇ ਅਫਸਰ ਹੀ ਚਲਾ ਰਿਹਾ ਸਰਕਾਰ ਨੂੰ। ਕੈਪਟਨ ਅਮਰਿੰਦਰ ਸਿੰਘ ਨੇ 3 ਛੁੱਟੀਆਂ ਖੁੱਲੀਆਂ ਅਫਸਰਾਂ ਨੂੰ, ਇਸ ਕਰਕੇ ਪੰਜਾਬ ਦੇ ਵਿੱਚ ਲੋਕ ਤਾਂ ਹੈ ਹੀ ਨਹੀਂਗਾ। ਕਿਹਦੇ ਕੋਲ ਜਾਵਾਂਗੇ ਅਸੀਂ, ਗਈਏ ਕਿਹਦੇ ਕੋਲ, ਕਿਹਦੇ ਨੂੰ ਜਾ ਕੇ ਦੁੱਖ ਸਾਂਝੀਏ ਆਪਣੇ ਵੀ ਸਾਡਾ ਦੁੱਖ ਹੈ, ਕਿਉਂਕਿ ਅਫਸਰ ਰਾਜ ਤਾਂ ਅਫਸਰਾਂ ਦਾ ਹੈਗਾ। ਸੋ ਇਹ ਗੱਲਾਂ ਤਾਂ ਅਸੀਂ ਕਰਾਂਗੇ। ਦੋਸਤੋ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਕਈ ਲੋਕ ਸੋਹਣੇ ਬੜੇ ਹੁੰਦੇ ਨੇ, ਮੇਕਅਪ ਉਹਨਾਂ ਨੂੰ ਸੋਹਣਾ ਕਰ ਦਿੰਦਾ, ਕਈ ਵੈਸੇ ਵੀ ਬੜੇ ਸੋਹਣੇ ਹੁੰਦੇ ਨੇ ਤੇ ਪਰ ਮਾਰਦੇ ਉਹ ਚਵਲਾਂ ਹੀ ਹੁੰਦੀਆਂ ਨੇ। ਕਈ ਲੋਕ ਸੋਹਣੇ ਵੀ ਹੁੰਦੇ ਨੇ ਤੇ ਮਨ ਦੇ ਵੀ ਬੜੇ ਸੱਚੇ ਹੁੰਦੇ ਨੇ, ਤੇ ਕੰਮ ਵੀ ਉਹ ਚਾਹੁੰਦੇ ਨੇ ਕਿ ਦੁਨੀਆ ਲਈ ਇਸ ਸੰਸਾਰ ਤੇ ਆਇਆ ਤੇ ਚੰਗਾ ਕੰਮ ਕਰੀਏ। ਹਾਂਜੀ, ਕਿਆ ਬਾਤ ਹੈ। ਕਈ ਆਪਣੀ ਖੂਬਸੂਰਤੀ ਦਾ ਨਜਾਇਜ਼ ਫਾਇਦਾ ਉਠਾਉਂਦੇ ਨੇ ਦੁਨੀਆ ਭਰ ਦੇ ਵਿੱਚ। ਹਾਂਜੀ, ਤੁਹਾਨੂੰ ਪਤਾ ਕਿ ਪੁਰਾਣੇ ਸਮੇਂ ਦੇ ਵਿੱਚ ਵੀ ਵੈਸ਼ੀ ਕੰਨਿਆ ਜਿਹੜੀ ਵਿਸ਼ ਕੰਨਿਆ ਜਿਹੜੀ ਸੀ ਉਹ ਪਾਲੀਆਂ ਜਾਂਦੀਆਂ ਸੀ। ਵਿਸ਼ ਕੰਨਿਆਵਾਂ ਆਪਣੇ ਦੁਸ਼ਮਣ ਨੂੰ ਹਰਾਉਣ ਵਾਸਤੇ ਉਹਨਾਂ ਦਾ ਇਸਤੇਮਾਲ ਕੀਤਾ ਜਾਂਦਾ ਸੀ। ਰਾਜੇ ਮਹਾਰਾਜੇ ਬਹੁਤ ਵੱਡੀ ਤਾਦਾਦ ਦੇ ਵਿੱਚ ਜੇਕਰ ਆਪਾਂ ਵੇਖੀਏ ਨਾ ਤਾਂ ਇਹ ਚੀਜ਼ਾਂ ਜਿਹੜੀਆਂ ਨੇ ਪੜ੍ਹਨ ਸੁਣਨ ਨੂੰ ਮਿਲਦੀਆਂ ਨੇ। ਸੋ ਮੈਂ ਬੇਨਤੀ ਕਰਨਾ ਚਾਹੁੰਦਾ ਕਿ ਜਿਹੜਾ ਇੱਕ ਜੂਹੀ ਚਾਵਲਾ ਖੂਬਸੂਰਤ ਵੀ ਹੈ ਔਰ ਬੜਾ ਉਹਨੇ ਵੱਡਾ ਇੱਕ ਬਿਆਨ ਦਿੱਤਾ ਹੈ। ਹੁਣ ਸ਼ਾਇਦ ਇਸ ਬਿਆਨ ਨੂੰ ਇੰਨਾ ਸ਼ੇਅਰ ਨਾ ਕੀਤਾ ਜਾਵੇ ਜਿੰਨਾ ਬਾਕੀਆਂ ਨੂੰ ਹੁੰਦਾ ਹੈ। 5G ਨੂੰ ਲੈ ਕੇ ਉਹਨੇ ਬਿਆਨ ਦਿੱਤਾ ਹੈ। 5G ਦੇ ਉੱਤੇ ਉਹਨੇ ਕਿਹਾ ਕਿ ਹਾਈ ਕੋਰਟ ਦੇ ਵਿੱਚ ਇੱਕ ਪਟੀਸ਼ਨ ਪਾਈ ਹੈ, 5G ਜਨ ਜੀਵਨ ਲਈ ਖਤਰਾ ਹੈ। ਇਹ ਵਾਤਾਵਰਨ ਪ੍ਰੇਮੀਆਂ ਦੇ ਤੌਰ ਤੇ ਵੀ ਮੰਨੀ ਜਾਂਦੀ ਹੈ ਜੂਹੀ ਚਾਵਲਾ। ਹਾਂਜੀ, ਮੈਂ ਸਮਝਦਾ ਕਿ ਜੋ ਇਹਨੇ ਪਟੀਸ਼ਨ ਪਾਈ ਹੈ ਉੱਤੇ ਤੁਹਾਡਾ ਮੈਂ ਨਜ਼ਰੀਆ ਲੈ ਲਾਂ। ਮੈਂ ਖਬਰ ਸੁਣਾਈ ਨਹੀਂ, ਇਹਨੇ ਮੈਂ ਸੁਣਾਉਣੀ ਸੀ ਅਗਲੇ ਹਿੱਸੇ ਦੇ ਵਿੱਚ, ਪਰ ਕੀ ਕਹਿਣਾ ਚਾਹੋਗੇ? ਜੂਹੀ ਚਾਵਲਾ ਬਾਰੇ ਤੁਸੀਂ ਬੜੀ ਵਧੀਆ ਕੀਤਾ। ਅੱਜ ਰਾਤ ਕੇ ਗੁਜ਼ਾਰਾਂਗੇ ਰਾਤ ਅੱਲਾ ਦੇ ਦਿਨ ਤੇ ਇਹ ਇਤਿਹਾਸਕ ਜੀਤ ਮਤਲਬ ਬਣ ਗਿਆ ਸੀਗਾ। ਉਦਮ ਸਿੰਘ ਜਿਹੜਾ ਕਿ ਉਹ ਫਿਲਮ ਸੀਗੀ ਨਾ, ਇਤਿਹਾਸਕ ਗੀਤ ਇਹ ਬਣਾਇਆ ਸੀ ਜੂਹੀ ਚਾਵਲਾ ਨੇ। ਪੰਜਾਬੀ ਕਮਾਲ ਦੀ ਥੋੜੇ ਸਮੇਂ ਦੀ ਐਕਟਿੰਗ ਕੀਤੀ ਸੀ ਨਾ ਪੰਜਾਬੀ ਫਿਲਮ ਦੇ ਵਿੱਚ, ਤੇ ਕਮਾਲ ਦੀ ਤੁਸੀਂ ਵਿਸ਼ੇਸ਼ ਬੜਾ ਵਧੀਆ ਕੀਤਾ ਸਰ, ਕੇ ਮੈਨੂੰ ਯਾਦ ਆ ਗਿਆ। 5G ਬਾਰੇ ਨਾ ਚਾਵਲਾ ਸਾਹਿਬ ਬਹੁਤ ਸਾਰੇ ਵੱਖੋ ਵੱਖਰੇ ਨਜ਼ਰੀਏ ਸਾਹਮਣੇ ਆ ਰਹੇ। ਕੋਈ ਕਹਿੰਦਾ 5G ਨਾਲ ਕੋਈ ਫਰਕ ਨਹੀਂ ਪੈਣ ਲੱਗਿਆ। ਇੱਕ 2O ਫਿਲਮ ਆਈ ਸੀਗੀ, ਸਾਊਥ ਦੀ ਫਿਲਮ ਸੀਗੀ 2O,
ਉਹਦੇ ਨਾਲ ਵੀ ਟਾਵਰਾਂ ਦੇ ਨਾਲ ਮਰ ਰਹੇ ਪੰਛੀਆਂ ਦਾ ਬੜਾ ਵੱਡਾ ਵਿਸ਼ਲੇਸ਼ਣ ਕੀਤਾ ਗਿਆ ਸੀਗਾ, ਪਰ ਉਸ ਨੂੰ ਵੀ ਲੋਕਾਂ ਨੇ ਨਕਾਰਤਾ ਸੀਗਾ, ਨਹੀਂ ਤੂੰ ਉਹਦਾ ਗਲਤ ਦੱਸਿਆ ਰਜਨੀਕਾਂਤ ਨੇ ਤੇ ਉਹ ਠੀਕ ਨਹੀਂ ਹੈਗੀ ਫਿਲਮ। ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰ ਗਈਆਂ। ਸੋ ਫਿਲਮਾਂ ਤੇ ਫਿਲਮਾਂ ਹੁੰਦੀਆਂ ਨੇ ਬਣਾਈ ਜਾ ਸਕਦੀਆਂ ਤੇ ਪਰ ਇਹ 5G ਬਾਰੇ ਨਾ ਜ਼ਿਆਦਾਤਰ ਉਹ ਲੋਕ ਇਹਦੀ 5G ਦੀ ਪੱਕ ਕਰ ਰਿਹਾ ਚਾਵਲਾ, ਔਰ ਜਿਹੜੇ ਲੋਕ ਕੰਪਿਊਟਰ ਨਾਲ ਜੁੜੇ ਲੋਕ, ਤੁਸੀਂ ਜਿੰਨੇ ਮਰਜ਼ੀ ਲੋਕਾਂ ਦੇ ਲਓ, ਜਿਹੜੇ ਲੋਕਾਂ ਨੇ ਕੰਪਿਊਟਰ ਦਾ ਕੰਮ ਕਰਨਾ, ਜਿਹੜੇ ਲੋਕ ਸੌਫਟਵੇਅਰ ਦਾ ਕੰਮ ਕਰਦੇ ਆ, ਜਿਹੜੇ ਲੋਕ ਮੋਬਾਈਲ ਕੰਪਨੀਆਂ ਬਣਾ ਰਹੇ ਆ, ਜਿਹੜੇ ਲੋਕ ਉਹਨਾਂ ਨਾਲ ਜੁੜੇ ਹੋਏ ਨੇ, ਬੜੇ ਵੱਡੇ ਸੈਗਮੈਂਟ ਆ ਉਹ ਟੋਟਲੀ 5G ਦੀ ਸ਼ਲਾਘਾ ਕਰ ਰਿਹਾ ਵੀ 5G ਨਾਲ ਕੋਈ ਖਤਰਾ ਨਹੀਂ ਹੈ। ਜਿਹੜੇ ਵਾਤਾਵਰਨ ਪ੍ਰੇਮੀ ਲੋਕ ਹੈਗੇ ਆ, ਜਿਹੜੇ ਕਿ ਆਮ ਲੋਕ ਹੈਗੇ ਆ, ਉਹ 5G ਨੂੰ ਖਤਰਾ ਹੀ ਕਹਿ ਰਹੇ ਆ ਦੇਸ਼ ਲਈ। ਇਹੀ ਯੂਹੀ ਚਾਵਲਾ ਦਾ ਇਹੀ ਪਟੀਸ਼ਨ 'ਚ ਕਿਹਾ ਉਹਨੇ ਕਿ 5G ਬਹੁਤ ਕੁਛ ਲਿਖਿਆ ਉਹਨੇ ਪਟੀਸ਼ਨ ਦੇ ਵਿੱਚ, ਜਾਨਵਰਾਂ ਤੋਂ ਲੈ ਕੇ ਜਨ ਜੀਵਨ ਤੱਕ। ਈਵਨ ਕਿ ਉਸਨੇ ਇਹ ਵੀ ਲਿਖਿਆ ਕਿ ਇਹਦੀ ਪ੍ਰਕਿਰਤੀ ਨੂੰ ਵੀ ਇੱਕ ਨੁਕਸਾਨ ਦੇਗਾ ਇਹ ਜਿਹੜਾ 5G ਹੈਗਾ। ਇਸ ਨੇ ਬੜਾ ਖਤਰਨਾਕ ਕੰਮ ਕਰਨਾ ਜੇ ਤੁਸੀਂ ਆਪਣੀ ਜਿਹੜੀਆਂ ਜਨਰੇਸ਼ਨ ਹੈਗੀ ਆ ਉਸ ਨੂੰ ਨਪੁੰਸਕ ਹੋਣ ਤੋਂ ਬਚਾਉਣਾ, ਉਸ ਨੂੰ ਬਹੁਤ ਸਾਰੀ ਲੱਗਦੀ ਬਿਮਾਰੀ ਨੂੰ ਬਚਾਉਣਾ ਹੈਗਾ ਤਾਂ 5G ਰੋਕਣਾ ਹੋਏਗਾ। ਇਹ ਬੜਾ ਵੱਡੇ ਪੱਧਰ ਤੇ ਯੂਹੀ ਚਾਵਲਾ ਨੇ ਪਟੀਸ਼ਨ ਪਾ ਕੇ ਮੰਗ ਕੀਤੀ ਆ। ਦੇਖੋ ਹੁਣ ਜਿਹੜਾ ਦੂਜਾ ਵਰਗ ਹੈਗਾ ਜਿਹੜਾ ਕਿ 5G ਦੀ ਪੱਕ ਕਰ ਰਿਹਾ, ਉਹ ਇਸ ਦਾ ਕੀ ਜਵਾਬ ਦਿੰਦਾ। ਉਹ ਜੇ ਅਗੋਸਤ ਦੇ ਵਿੱਚ ਹੀ ਪਿਆ ਤੇ ਹਾਂ ਬਹੁਤ ਸਾਰੇ ਲੋਕ ਆਖੀ ਜਾਂਦੇ ਆ ਕਿ ਭਾਈ ਉਹੀ ਝੂਠ ਬਕਵਾਸ ਕਰਦੇ ਆ ਲੋਕ, 5G ਦਾ ਬਹੁਤ ਵਧੀਆ ਚੀਜ਼ ਹੈ, 5G ਨਾਲ ਕੋਈ ਫਰਕ ਨਹੀਂ ਪੈਣ ਲੱਗੇ। ਵੱਡੇ ਵੱਡੇ ਖੋਜਾਂ ਆ ਚੁੱਕੀਆਂ, ਹੁਣ ਖੋਜਾਂ ਆਉਣ ਵਾਲੇ, ਆਨਲਾਈਨ ਮੀਡੀਆ ਵਿੱਚ ਵੀਡੀਓ ਪਾਉਣ ਵਾਲੇ, ਵਿਚਾਰ ਛੱਡਣ ਵਾਲੇ, ਕਿਉਂਕਿ ਉਹਨਾਂ ਕੋਲ ਸੋਰਸ ਹੈਗਾ ਕੰਪਿਊਟਰ ਵਾਲਾ ਕੋਲੇ, ਜਿਹੜੇ ਕੰਪਿਊਟਰ ਜੁੜੇ ਹੋਏ ਨੇ, ਇੰਟਰਨੈਟ ਜੁੜੇ ਹੋਏ ਨੇ, ਮੋਬਾਈਲਾਂ ਜੁੜੇ ਹੋਏ ਨੇ, ਉਹ ਜਾਂ ਸੋਰਸ ਹੈਗੇ ਨੇ, ਉਹ ਆਪਣੀ ਜ਼ੁਬਾਨ ਦੇ ਵਿੱਚ ਕਿਸੇ ਤੋਂ ਕਿਸੇ ਨੇ ਮਾਇਰ ਤੋਂ ਪਵਾ ਕੇ ਪਾ ਸਕਦੇ ਆ। ਕੋਈ ਦਿੱਕਤ ਦੀ ਗੱਲ ਨਹੀਂ, ਇਸ ਕਰਕੇ ਵੱਡੀਆਂ ਖੋਜਾਂ ਸਾਹਮਣੇ ਆ ਸਕਦੀਆਂ ਨੇ ਉਹਨਾਂ ਵੱਲੋਂ ਪਾਈਆਂ ਗਈਆਂ। ਪਰ ਇਸ ਬਾਰੇ ਜੇ ਪ੍ਰਮਾਣਿਕਤਾ ਤੌਰ ਤੇ ਗੱਲ ਕੋਈ ਸਾਹਮਣੇ ਨਹੀਂ ਆ ਰਹੀ ਕਿ ਇਹ ਸਹੀ ਹੈ ਜਾਂ ਗਲਤ ਹੈ ਚਾਹੁੰਦਾ, ਕਿਉਂਕਿ ਜਿੰਨਾ ਕੋ ਟੈਕਸ ਲਏ ਜਾ ਰਹੇ ਨੇ, ਜਿੰਨਾ ਕੋ ਜੋ ਚੱਲ ਰਿਹਾ ਭਾਰਤ ਵਿੱਚ ਇਸ ਟਾਈਮ ਪੈਸੇ ਉਗਰਾਉਣ ਦਾ ਆਮ ਲੋਕਾਂ ਤੋਂ ਕੰਮ ਚੱਲ ਰਿਹਾ, ਉਹ ਤੋਂ ਨਹੀਂ ਸਪਸ਼ਟ ਹੁੰਦਾ ਕਿ GDP ਡਿੱਗਣੀ ਚਾਹੀਦੀ ਆ। ਇਹ ਪਤਾ ਨਹੀਂ ਕਿਉਂ ਡਿੱਗੀ ਹੈ। 7.30% ਜਿਹੜੇ ਅਰਥਸ਼ਾਸਤਰੀ ਹੈ ਪੰਜਾਬੀ ਯੂਨੀਵਰਸਿਟੀ ਦੇ ਵਿੱਚ, ਸਾਡੇ ਸਾਬਕਾ ਪ੍ਰੋਫੈਸਰ ਹੈਗੇ ਚਸ਼ਨ ਗਿੱਲ, ਕਾਫੀ ਮਸ਼ਹੂਰ ਅਰਥਸ਼ਾਸਤਰੀ ਨੇ, ਉਹਨਾਂ ਵੱਲੋਂ ਵੀ ਚਿੰਤਾ ਪ੍ਰਗਟਾਈ ਗਈ ਹੈ ਕਿ ਇਹ ਡਿੱਗਣੀ ਚਾਹੀਦੀ। ਡਾਕਟਰ ਬੰਦ ਸਿੰਘ ਟਵਾਣਾ ਹੈਗਾ, ਬੜੇ ਉੱਘੇ ਰਾਸ਼ਟਰਪਤੀ ਦਾ ਆਪਣਾ ਅਰਥਸ਼ਾਸਤਰੀ ਹੈਗੇ ਆ, ਉਹਨਾਂ ਨੇ ਵੀ ਇਹ ਗੱਲ ਕੀਤੀ ਹੈ ਕਿ ਜਦੋਂ ਇੰਨੀ ਹਾਈ ਲੈਵਲ ਤੇ ਸਰਕਾਰ ਟੈਕਸ ਉਗਰਾ ਰਹੀ ਹੋਵੇ, ਜਦੋਂ ਇੰਨਾ ਹਾਈ ਲੈਵਲ ਤੇ ਸਰਕਾਰ ਕੋਲੇ ਵਰਚਸਪ ਹੋਵੇ ਆਪਣਾ, ਤੇ ਫਿਰ GDP ਡਾਊਨ ਆਉਣਾ, ਇਹਦੇ ਪਿੱਛੇ ਕੋਈ ਸਾਜ਼ਿਸ਼ ਲੱਗਦੀ ਆ, ਇਹਦੇ ਪਿੱਛੇ ਕੋਈ ਕਾਰਨ ਹੈਗਾ। ਤੇ ਉਹ ਚੀਨ ਦੇ ਵਿੱਚ ਜਿਹੜੀ ਅੱਜ ਹੀ ਉਹਦੀ GDP ਚੀਨ ਦੀ 18.2% ਦਾ ਵਾਧਾ ਹੋਇਆ, 18% 2%, 18.2% ਬੜਾ ਵੱਡਾ ਵਾਧਾ ਹੋਇਆ ਚੀਨ ਦੇ ਵਿੱਚ। ਸਾਰੇ ਮੁਲਕਾਂ ਦੇ ਵਿੱਚ ਤਕਰੀਬਨ ਇੰਨਾ ਨੁਕਸਾਨ ਨਹੀਂ ਹੋਇਆ ਜਿੰਨਾ ਕਿ ਭਾਰਤ ਵਿੱਚ ਹੋਇਆ। ਤੇ ਬੇਸ਼ੱਕ ਕੁਛ ਮਹੀਨੇ ਪਹਿਲਾਂ 0.5% ਜਿਹੜੀ ਵਧੀ ਵੀ ਸੀਗੀ, ਥੋੜਾ ਜਿਹਾ ਉੱਪਰ ਆਈ ਸੀ ਭਾਰਤ ਦੀ, ਪਰ ਅਚਾਨਕ ਜਿਹੜਾ ਇਸ ਪੂਰੇ ਸਾਲ ਦੇ ਵਿੱਚ 7.30% ਦੀ ਜਿਹੜੀ ਕਿ ਗਿਰਾਵਟ ਆਉਣੀ GDP ਦੇ, ਇਹ ਭਾਰਤ ਦੀ ਚਿੰਤਾਜਨਕ ਗੱਲ ਹੈਗੀ ਹੈ। ਪਰ ਇਹਦੇ ਪਿੱਛੇ ਅਰਥਸ਼ਾਸਤਰੀ ਸਾਜ਼ਿਸ਼ਾਂ ਕਹਿ ਰਹੇ ਆ ਕਿ ਬਹੁਤ ਵੱਡੀ ਸਾਜ਼ਿਸ਼ ਲੱਗਦੀ ਇਹਦੇ ਪਿੱਛੇ। ਕਿਉਂ ਹੈਗਾ? ਕਿਉਂਕਿ ਜੇਕਰ ਅਸੀਂ ਆਖੀਏ ਜਿਹੜੀ ਵਾਧੇ ਦੀ ਜਿਹੜਾ ਨਾ ਉਹ ਹੁੰਦਾ ਆਪਣਾ ਵਾਧਾ ਹੁੰਦਾ, ਗਰੋਥ ਹੁੰਦੀ ਆ ਕਿਸੇ ਵੀ ਮੁਲਕ ਦੀ, ਉਹ ਕਈ ਸਾਰੇ ਕੰਮਾਂ ਉੱਤੇ ਮੁਨਸਰ ਕਰਦੀ ਹੁੰਦੀ ਆ। ਬਹੁਤ ਸਾਰੇ ਕੀ ਵੱਧ ਰਿਹਾ, ਜਿਵੇਂ ਕਿ ਪੂਰੇ ਮੁਲਕ ਦੇ ਵਿੱਚ ਕੋਰੋਨਾ ਫੈਲਿਆ ਤੇ ਪੂਰੇ ਮੁਲਕ ਦੇ ਵਿੱਚ GDP ਇਹਦਾ ਗਿਰਨੀ ਚਾਹੀਦੀ ਆ, ਪੂਰੇ ਵਿਸ਼ਵ ਵਿੱਚ। ਭਾਰਤ ਵਿੱਚ ਇਕੱਲੇ ਦੀ ਕਿਉਂ ਗਿਰੀ ਆ, ਇੰਨੀ ਜ਼ਿਆਦਾ ਗਿਰੀ ਆ? ਭਾਰਤ ਵੀ ਉਹੀ ਹਾਲਾਤ ਵਿੱਚ ਜੀ ਰਿਹਾ ਜਿਹੜੇ ਕਿ ਹੋਰ ਮੁਲਕ, ਬਹੁਤ ਸਾਰੇ ਮੁਲਕ ਜੀ ਰਹੇ ਨੇ, ਪਰ ਭਾਰਤ ਵਿੱਚ ਹੀ ਕਿਉਂ ਗਿਰੀ ਹੈ ਏਦਾਂ? ਇਹ ਕਾਫੀ ਖੋਜ ਦਾ ਵਿਸ਼ਾ ਹੈਗਾ, ਖੋਜ ਅਰਥਸ਼ਾਸਤਰੀ ਕਰ ਰਿਹਾ ਭਾਵੇਂ ਕਿ ਸਰਕਾਰ ਦੇ ਵਿਰੁੱਧ ਬੋਲਣਾ ਦੇਸ਼ਦਰੋਹ ਹੁੰਦਾ ਭਾਰਤ ਵਿੱਚ, ਪਰ ਫਿਰ ਵੀ ਅਰਥਸ਼ਾਸਤਰੀ ਬਹੁਤ ਸਾਰੇ ਬੋਲੀ ਜਾਂਦੇ ਆ ਵੀ ਇਹਦੇ ਪਿੱਛੇ ਕੀ ਕਾਰਨ ਹੋ ਸਕਦੇ ਨੇ। मेरे पास खबर है, हालांकि मार्च 2021 दौरान विकास दर इस तो पिछली तिमाही अक्तूबर दसंबर 2020 के 0.5% वाधे के मुकाबले, हाँ जी, जे आप गल करिए कि जनवरी मार्च भारत की GDP 1.6 वधी भी है ਵਿੱਤੀ ਸਾਲ ਦੇ ਵਿੱਚ, ਤੇ 7.3% ਜਿਹੜੀ ਹੈ ਉਹ ਡਿੱਗੀ ਹੈ। ਤੇ ਜੇ ਆਪਾਂ ਵਾਧੇ ਵਾਲੀ ਗੱਲ ਕਰੀਏ ਤਾਂ 1.6% ਵਧੀ ਹੈ, ਜਿਹੜੀ ਕਿ ਡਿੱਗਣ ਵਾਲੀ ਦਰ ਨਾਲੋਂ ਕਿਤੇ ਗੁਣਾ ਘੱਟ ਹੈ। ਜੇਕਰ ਆਪਾਂ ਵੇਖੀਏ ਤਾਂ ਫਿਰ 1.6% ਵਧੀ ਹੈ, ਤੇ ਇੱਧਰ ਆਪਾਂ 7.3%
7.3% ਦੀ ਜਿਹੜੀ ਤੱਕ ਡਿੱਗੀ ਹੈ ਉਹਦੀ ਗੱਲ ਕਰਦੇ ਹਾਂ। ਸੋ ਇਹ ਵੀ ਹੈ ਕਿ ਤਿਮਾਹੀ ਦੌਰਾਨ ਜਿਹੜਾ ਹੈ 2019-20 ਵਿੱਚ ਜਨਵਰੀ ਮਾਰਚ ਤਿਮਾਹੀ ਦੌਰਾਨ ਘਰੇਲੂ ਉਤਪਾਦ GDP ਵਿੱਚ 3% ਦਾ ਵਾਧਾ ਵੀ ਹੋਇਆ। ਖਬਰਾਂ ਇਹ ਵੀ ਕਹਿੰਦੇ ਨੇ NSO ਨੇ ਸਾਲ ਜਨਵਰੀ ਵਿੱਚ ਜਾਰੀ ਆਪਣੇ ਅੰਤਰਮ ਅਨੁਮਾਨ ਦੇ ਆਧਾਰ ਤੇ ਕਿਹਾ ਹੈ ਕਿ 2020-21 ਦੌਰਾਨ GDP ਵਿੱਚ 7.7 ਇੱਥੇ ਤੁਸੀਂ ਹੋਰ ਦੇਖੋ 7.7% ਦਾ ਨਿਗਾਰ ਰਹੇਗਾ। ਕਿਤੇ ਇੱਥੇ ਜਾਂਦੀ ਹੈ ਕਦੇ ਥੱਲੇ ਆਉਂਦੀ ਆ। ਬਾਕੀ ਜੇ ਤੁਸੀਂ ਕਹਿ ਰਹੇ ਹੋ ਕਿ ਖੋਜੀ ਲੱਗੇ ਹੋਏ ਨੇ, ਚਲੋ ਖੋਜ ਕਰ ਲੈਣਗੇ। ਸੋ ਵੌਇਸ ਆਫ ਸਿਟੀ 1320 AM ਤੇ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਅਰਦਾਸ ਮਾਮਲਾ ਭਾਜਪਾ ਆਗੂ ਸੁਖਪਾਲ ਸਰਾਂ ਵੀ ਪੁਲਿਸ ਨੇ ਨਾਮਜ਼ਦ ਕਰ ਲਏ ਨੇ, ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ ਸੁਖਪਾਲ ਸਰਾਂ ਨੂੰ ਵੀ ਨਾਮਜ਼ਦ ਕੀਤਾ ਹੈਗਾ। ਭਾਵੇਂ ਸੁਖਪਾਲ ਸਰਾਂ ਨੇ ਤਾਂ ਇਹ ਕਿਹਾ ਮੀਡੀਆ ਕੋਲੇ ਕਿ ਮੈਨੂੰ ਪਤਾ ਹੀ ਸੀਗਾ ਕਿ ਜਿਹੜਾ ਬਠਿੰਡੇ ਦਾ SSP ਹੈਗਾ ਉਹ ਅਸਲ ਵਿੱਚ ਕਾਂਗਰਸ ਦੇ ਬੁਲਾਰੇ ਵਜੋਂ ਕੰਮ ਕਰ ਰਿਹਾ ਤੇ ਮੈਨੂੰ ਇਸ ਗੱਲ ਦਾ ਪਹਿਲਾਂ ਇਲਮ ਸੀਗਾ ਮੇਰੇ ਖਿਲਾਫ ਕਾਰਵਾਈ ਹੋ ਸਕਦੀ ਹੈ। ਇਸ ਕਰਕੇ ਮੈਂ ਪਹਿਲਾਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਆਪਣੀ ਅਰਜ਼ੀ ਪਾ ਲਾ ਦਿੱਤੀ ਹੈ, ਮੈਨੂੰ ਜ਼ਮਾਨਤ ਮਿਲ ਜਾਣੀ ਹੈ। ਤੇ ਸੁਖਪਾਲ ਸਰਾਂ ਉਸ ਦੇ ਪ੍ਰਦੋਸ਼ ਹੈ ਚਾਵਲਾ ਸਾਹਿਬ ਕਿ ਉਸ ਨੇ ਅਰਦਾਸ ਦੇ ਵਿੱਚ ਜੋ ਕੁਛ ਕੰਟੈਂਟ ਬੋਲਿਆ ਉਸ ਗੁਰਮੇਲ ਸਿੰਘ ਨੇ ਉਹ ਸਾਰਾ ਇਹਨੇ ਲਿਖ ਕੇ ਦਿੱਤਾ। ਇਸੇ ਨੇ ਸਾਰਾ ਸਾਜ਼ਿਸ਼ ਰਚੀ, ਇਸੇ ਨੇ ਹੀ ਸਾਰਾ ਕੁਝ ਕੀਤਾ ਹੈਗਾ ਤੇ ਇਸ ਕਰਕੇ ਉਹ ਪੰਜਾਬ ਨੂੰ ਦੰਗਿਆਂ ਦੇ ਵਿੱਚ ਤਬਦੀਲ ਕਰਨ, ਦੰਗੇ ਭੜਕਾਉਣ ਦਾ ਇੱਕ ਬੜੀ ਵੱਡੀ ਸਾਜ਼ਿਸ਼ ਸੀ। ਇਹ ਦੋਸ਼ ਲੱਗੇ ਆ ਉਹਦੇ ਉੱਪਰ। ਤੇ ਜੇਕਰ ਪੰਜਾਬ ਦੇ ਲੋਕਾਂ ਦੇ ਵਿੱਚ ਥੋੜਾ ਜਿਹਾ ਵੀ ਸਮਝਦਾਰੀ ਨਾ ਹੁੰਦੀ ਤਾਂ ਇਸ ਅਰਦਾਸ ਮਾਮਲੇ ਵਿੱਚ ਦੰਗੇ ਭੜ ਸਕਦੇ ਸੀਗੇ, ਪ੍ਰੋਬਲਮ ਵੱਡੀਆਂ ਆ ਸਕਦੀਆਂ ਸੀਗੀਆਂ। ਇਹ ਸਰਾਂ ਦਾ ਮਾਮਲਾ ਹੈ। ਸਰਾਂ ਦੇਖਣ ਪਰਖਣ ਨੂੰ ਸਿੱਖ ਹੈ ਚਾਵਲਾ ਸਾਹਿਬ, ਅਗਲੀ ਬੰਦਾ ਬੰਦਾ। ਤੇ ਹੁਣ ਕੀ ਕਹਿ ਸਕਦੇ ਹਾਂ ਕਿੱਥੇ ਕਿਹੜੇ ਬੰਦੇ ਤੇ ਕੀ ਆ ਜਾਵੇ। ਖੈਰ ਅਜੇ ਤਾਂ ਜਾਂਚ ਹੋਣੀ ਆ। ਨਾਮਜ਼ਦ ਕੀਤਾ 120 ਵੀ ਤਹਿਤ 120 ਦੀ ਸਾਜ਼ਿਸ਼ ਦੀ ਤਹਿਤ ਕੌਂਸਪੀਰੇਸੀ ਦੇ ਤੌਰ ਤੇ ਉਹਨੂੰ ਕੀਤਾ ਹੈਗਾ ਨਾਮਜ਼ਦ। ਦੇਖੋ ਅੱਗੇ ਉਹਦੇ ਕੀ ਰਿਜ਼ਲਟ ਆਉਂਦੇ ਸਾਹਮਣੇ। ਅੱਗੇ ਆਪਾਂ ਇਸ ਮੰਚ ਤੋਂ ਇਹ ਨਹੀਂ ਕਹਿ ਸਕਦੇ ਕਿ ਬੰਦਾ ਗਲਤ ਆ ਜਾਂ ਠੀਕ ਹੈ, ਕਿਉਂਕਿ ਪੁਲਿਸ ਪੜਤਾਲ ਕਰ ਰਹੀ ਹੈ। ਪਰ ਇੱਕ ਗੱਲ ਹੈ ਕਿ ਜਿਹੜਾ ਪਿਛਲੇ ਸਮੇਂ ਦੌਰਾਨ ਜੋ ਚਰਚਾਵਾਂ ਮੀਡੀਆ ਵਿੱਚ ਚੱਲੀਆਂ ਨੇ, ਜੋ ਕੁਝ ਉੱਥੇ ਦਾ ਬਖਤੌਰ ਸਿੰਘ ਢਿੱਲੋਂ ਇੱਕ ਅੱਛਾ ਪੱਤਰਕਾਰ ਹੈਗਾ, ਉਸਨੇ ਰਿਸਰਚ ਕੀਤੀ ਆ ਤੇ ਉਸ ਬੰਦੇ ਨੇ ਉਹਦੇ ਵਿੱਚ ਸਾਹਮਣੇ ਇਹ ਆਇਆ ਕਿ ਇਸ ਦੇ ਵਿੱਚ ਇਸ ਦਾ ਬਹੁਤ ਵੱਡਾ, ਇਸ ਮਾਮਲੇ ਵਿੱਚ ਸੁਖਪਾਲ ਸਰਾਂ ਦਾ ਬਹੁਤ ਵੱਡਾ ਹੱਥ ਹੈਗਾ। ਸਿੱਖ ਜਥੇਬੰਦੀਆਂ ਨੇ ਕਾਫੀ ਡਿਮਾਂਡ ਕੀਤੀ ਸੀ ਕਿ ਇਸ ਨੂੰ ਨਾਮਜ਼ਦ ਕੀਤਾ ਜਾਵੇ, ਉਹ ਨਾਮਜ਼ਦ ਕਰ ਲਿਆ ਗਿਆ। ਬਹੁਤ ਬਹੁਤ ਧੰਨਵਾਦ ਕੀਰਤਨ ਸਾਹਿਬ, ਥੈਂਕ ਯੂ ਵੈਰੀ ਮਚ। ਸਤਿ ਸ੍ਰੀ ਅਕਾਲ। ਸ਼ੁਕਰੀਆ ਚਾਵਲਾ ਸਾਹਿਬ, ਬਹੁਤ ਧੰਨਵਾਦ। ਇੱਕ ਬ੍ਰੇਕ ਦਾ ਵਕਤ ਹੈ ਦੋਸਤੋ। ਬ੍ਰੇਕ ਤੋਂ ਬਾਅਦ ਤੁਹਾਡੀ ਅੰਜੂ ਜੀ ਇੱਕ ਆਰਟੀਕਲ ਲੈ ਕੇ ਆ ਰਹੇ ਨੇ। ਕਰੋਨਾ ਵਾਇਰਸ ਦਾ ਅਟੈਕ ਹੈ ਤੇ ਸਾਡੇ ਕੋਲ ਅਜੇ ਤੱਕ ਸੰਭਲਿਆ ਨਹੀਂ ਜਾ ਰਿਹਾ। ਕਹਿੰਦੇ ਨੇ ਕਿ ਏਲੀਅਨ ਸਾਡੀ ਧਰਤੀ ਤੇ ਆਉਂਦੇ ਨੇ, ਕਹਿੰਦੇ ਨੇ, ਕਿਸੇ ਨੇ ਵੇਖੇ ਨੇ ਜਾਂ ਨਹੀਂ ਵੇਖੇ, ਵੱਖ-ਵੱਖ ਤਰ੍ਹਾਂ ਦੀਆਂ ਵੀਡੀਓ ਵੇਖੀਆਂ ਜਾਂ ਉਹਨਾਂ ਦੀਆਂ ਜਿਹੜੀਆਂ ਨੇ ਉਹ ਜਿਹੜੀ ਹੈ ਆਉਂਦੀ ਹੈ ਜੀ ਆਪਣੀ ਇੱਕ ਕਿਹੜੀ ਉਹਨੂੰ ਕਹਿੰਦੇ ਜੀ ਇੱਕ ਹਾਂਜੀ ਉਹ ਆਉਂਦੀ ਹੈ ਤੇ ਮਿੰਟੋ ਮਿੰਟੀ ਗਾਇਬ ਵੀ ਹੋ ਜਾਂਦੀ ਹੈ। ਕਈਆਂ ਨੇ ਕਿਹਾ ਅਸੀਂ ਵੇਖੇ ਵੀ ਹੈ, ਕਈ ਕਹਿੰਦੇ ਫੜੇ ਵੀ ਹੈਗੇ ਨੇ। ਕੀ ਏਲੀਅਨਸ ਧਰਤੀ ਤੇ ਅਟੈਕ ਕਰ ਸਕਦੇ ਨੇ? ਭਾਵ ਕਿ ਬਾਹਰੋਂ ਕੋਈ ਤਾਕਤ ਜਿਹੜੀ ਹੈ ਸਾਡੇ ਇਸ ਧਰਤੀ ਦੇ ਉੱਤੇ ਜਿਹੜੀ ਕਿ ਪਹਿਲਾਂ ਹੀ ਆਪਸ ਵਿੱਚ ਹੀ ਬੰਦੂਕਾਂ ਤਾਣੀ ਫਿਰਦੀ ਹੈ। ਬੰਦੂਕਾਂ ਸਮਝਦੇ ਹੋ ਨਾ, ਬੰਦੂਕਾਂ ਬੜੇ ਬੜੇ ਆ ਹੁਣੇ ਵੇਖ ਕੇ ਰਿਹਾ ਬੰਦੂਕਾਂ ਹੀ ਹੁੰਦੀਆਂ ਨੇ ਪੰਜਾਬੀ 'ਚ। ਜਿਹੜਾ ਜਿਹਾ ਕਹਿਣਾ ਤੁਸੀਂ ਚਾਵਲਾ ਗਲਤ ਬੋਲਦਾ ਪਿਆ। ਹਾਂਜੀ ਬੰਦੂਕਾਂ। ਸੁਣ ਕਹਿਣ ਤੋਂ ਮੇਰਾ ਭਾਵ ਆ ਕਿ ਸਾਡੇ ਇਸ ਧਰਤੀ ਦੇ ਮਾਤ ਲੋਕ ਦੇ ਲੋਕਾਂ ਨੇ ਇੱਕ ਦੂਜੇ ਨੂੰ ਖਤਮ ਕਰਨ ਵਾਸਤੇ ਤਾਂ ਐਟਮੀ ਬੰਬ ਬਣਾ ਲਏ, ਅਣੂ ਬੰਬ ਬਣਾ ਲਏ, ਹਾਂਜੀ ਪਰਮਾਣੂ ਬੰਬ ਬਣਾ ਲਏ। ਪਰ ਕੀ ਬਾਹਰੋਂ ਕੋਈ ਹਮਲਾਵਰ ਆਉਂਦਾ ਹੋਰ ਕਿਸੇ ਪਲੈਨਟ ਤੋਂ, ਉਹ ਅਟੈਕ ਕਰੇਗਾ? ਸਪੇਸ ਦੇ ਵਿੱਚ ਤਾਂ ਇਹਨਾਂ ਨੇ ਇੱਕ ਕਹਿੰਦੇ ਦੁਨੀਆ ਵਸਾ ਦਿੱਤੀ ਹੈ, ਹੁਣ ਤਾਂ ਯਾਤਰੀ ਵੀ ਉੱਥੇ ਲੈ ਕੇ ਜਾਣੇ ਨੇ। ਇੱਕ ਆਰਟੀਕਲ ਤੁਹਾਡੇ ਲੈ ਕੇ ਆ ਰਹੇ ਨੇ ਅੰਜੂ ਜੀ ਅਗਲੇ ਹਿੱਸੇ ਵਿੱਚ। ਸੁਣਦੇ ਦੇਖਦੇ ਰਹਿਣਾ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।